ਹਰਮੀਤ ਕਹਿ ਰਹੀ ਹੈ ਆਡੀਓ ਰਿਕਾਰਡਿੰਗ ਰਾਹੀਂ ਕਿ ਤੁਸੀਂ ਪਿਛਲੀਆਂ ਰਿਕਾਰਡਿੰਗਾਂ ਵਿੱਚ ਕਿਹਾ ਹੈ ਵੀ ਜਿਹੜਾ ਡਰਪੋਕ ਹੈ ਉਹ ਇਸ ਮਾਰਗ 'ਤੇ ਨਹੀਂ ਚੱਲ ਸਕਦਾ। ਅਧਿਆਤਮ ਦੇ ਠੀਕ ਹੀ ਕਿਹਾ ਹੋਵੇਗਾ ਨਾ, ਵੀ ਜਿਹ 'ਚ ਹਿੰਮਤ ਨਹੀਂ ਹੈ, ਸਾਹਸ ਨਹੀਂ ਹੈ, ਸੂਰਮਤਾਈ ਨਹੀਂ ਹੈ। ਜਿਹੜਾ ਸੂਰਮਾ ਨਹੀਂ ਹੈ ਉਹ ਇਹ ਬਾਹਰਲਾ ਜੰਗ ਸੰਸਾਰ ਦਾ ਨਹੀਂ ਜਿੱਤ ਸਕਦਾ ਸਧਾਰਨ। ਅਤੇ ਜਿਹੜਾ ਅਸਾਧਾਰਨ ਯੁੱਧ ਹੈ ਅੰਦਰਲਾ, ਉਹ ਕਿਵੇਂ ਜਿੱਤੇਗਾ? ਉਹ ਤਾਂ ਜਿੱਤਣਾ ਬਹੁਤ ਕਠਿਨ ਹੈ। ਉਹਦੇ ਵਾਸਤੇ ਤਾਂ ਬਹੁਤ ਵੱਡੀ ਸੂਰਮਤਾਈ ਚਾਹੀਦੀ ਹੈ। ਤਦੇ ਕਿਹਾ ਹੈ ਨਾ, ਮਨ ਜੀਤੇ ਜਗ ਜੀਤ। ਜਗਤ ਨੂੰ ਜਿੱਤਣ ਵਾਲਾ ਕੰਮ ਹੈ ਅਤੇ ਬਹੁਤ ਸੂਰਮਤਾਈ ਚਾਹੀਦੀ, ਸਾਹਸ ਚਾਹੀਦਾ। ਅਤੇ ਸਾਹਸ ਜਿਹੜਾ ਹੈ ਨਾ, ਇਹ ਬਹੁਤ ਜ਼ਰੂਰੀ ਹੈ ਅਧਿਆਤਮ ਦੇ ਮਾਰਗ 'ਤੇ ਚੱਲਣ ਵਾਸਤੇ। ਹਿੰਮਤ ਕਹਿ ਲਓ। ਅਤੇ ਡਰ ਪੈਦਾ ਹੁੰਦਾ ਹੈ ਜੋ ਪਿੱਛੇ ਹੈ ਤੁਹਾਡੇ ਕੋਲ ਅਤੀਤ, ਜੋ ਤੁਸੀਂ ਕਮਾਇਆ ਹੋਇਆ ਹੈ। ਘਰ ਹੈ, ਪਰਿਵਾਰ ਹੈ, ਬੱਚੇ ਹਨ, ਸੰਬੰਧੀ ਹਨ, ਸਾਰਾ ਤੁਹਾਡੇ ਕੋਲ ਅਤੀਤ ਹੈ। ਆਪਣੇ ਹਨ, ਪਰਾਏ, ਉਹ ਸਭ ਅਤੀਤ ਹੈ ਨਾ ਤੁਹਾਡੇ ਕੋਲ। ਬੀਤੇ ਹੋਏ ਸਮੇਂ ਦੇ ਵਿੱਚ ਕਮਾਇਆ ਹੋਇਆ ਹੈ, ਸੰਬੰਧ ਬਣਾਏ ਹੋਏ। ਇਹਨਾਂ ਸੰਬੰਧਾਂ ਨੂੰ ਛੱਡਣੋਂ ਮਨ ਡਰਦਾ ਹੈ, ਭੈਭੀਤ ਹੈ। ਅਤੀਤ ਨੂੰ ਛੱਡਣੋਂ ਡਰਦਾ ਹੈ, ਕਹਿ ਸਕਦੇ। ਬੀਤੇ ਹੋਏ ਸਮੇਂ ਡਰਦਾ ਹੈ ਮਨ। ਅਤੇ ਅਧਿਆਤਮ ਦੇ ਮਾਰਗ 'ਤੇ ਚੱਲੂਗੇ। ਅਧਿਆਤਮ ਦੇ ਮਾਰਗ 'ਤੇ ਉਹ ਚੱਲ ਸਕਦਾ ਹੈ ਨਾ ਜਿਹੜਾ ਅਤੀਤ ਨੂੰ ਪਹਿਲਾਂ ਛੱਡੇ। ਅਤੇ ਇਹੋ ਛੱਡਣਾ ਬਹੁਤ ਕਠਿਨ ਹੈ। ਇਸਤਰੀ ਵਾਸਤੇ ਹੋਰ ਵੀ ਜ਼ਿਆਦਾ ਕਠਿਨ ਹੈ। ਇਸ ਕਾਰਨ ਇਸਤਰੀਆਂ ਅਧਿਆਤਮ ਦੇ ਮਾਰਗ 'ਤੇ ਬਹੁਤ ਘੱਟ ਚੱਲੀਆਂ ਹਨ ਪੁਰਾਣੇ ਸਮੇਂ 'ਚ। ਪਰ ਹੁਣ ਥੋੜ੍ਹੀ ਜਿਹੀ ਸੁਤੰਤਰਤਾ ਆ ਰਹੀ ਹੈ ਇਸਤਰੀਆਂ ਦੇ ਵਿੱਚ। ਹੁਣ ਜ਼ਿਆਦਾ ਸੰਭਾਵਨਾ ਹੈ ਇਸਤਰੀਆਂ ਦੀ ਅਧਿਆਤਮ ਦੇ ਮਾਰਗ 'ਤੇ ਚੱਲਣ, ਕਿਉਂਕਿ ਹੁਣ ਸਾਹਸ ਆ ਰਿਹਾ ਹੈ ਇਸਤਰੀਆਂ 'ਚ। ਇਸਤਰੀਆਂ ਵੀ ਹੁਣ ਬਾਹਰ ਨਿਕਲ ਕੇ ਕੁਛ ਕਰ ਸਕਦੀਆਂ ਹਨ। ਸਮਾਜ ਦਾ ਜ਼ਿਆਦਾ ਬੰਧਨ ਜਿਹੜਾ ਹੈ ਨਾ, ਉਹ ਨਹੀਂ ਹੈ। ਹੈ ਤੇ ਹੈ ਹੀ, ਪਰ ਕੁਛ ਕੁ ਸਮਰੱਥ ਹਨ ਬੰਧਨ ਤੋੜਨ ਦੇ। ਇਸਤਰੀਆਂ ਵੀ, ਪੁਰਸ਼ ਨਹੀਂ ਤੋੜ ਪਾਉਂਦੇ ਹਨ ਸਮਾਜਿਕ ਬੰਧਨ। ਅਤੇ ਸਮਾਜ ਦਾ ਤਾਣਾ ਬਾਣਾ ਸਾਰਾ ਹੀ ਅਤੀਤ ਹੈ। ਅਤੇ ਧਿਆਨੀ ਨੂੰ ਕੀ ਕਿਹਾ ਜਾਂਦਾ ਹੈ? ਧਿਆਨ ਹਟਾ ਅਤੀਤ 'ਚੋਂ, ਵਰਤਮਾਨ ਦੇ ਵਿੱਚ ਆ, ਇਹੋ ਕਿਹਾ ਜਾਂਦਾ ਹੈ ਨਾ। ਪਿੱਛੋਂ ਧਿਆਨ ਹਟਾ, ਪਿਛਲਿਆਂ ਵੱਲੋਂ ਧਿਆਨ ਹਟਾ, ਤਾਂ ਤੇਰਾ ਧਿਆਨ ਲੱਗੇਗਾ ਸਿਮਰਨ ਦੇ ਵਿੱਚ, ਚਿੰਤਨ ਦੇ ਵਿੱਚ, ਜਾਂ ਜਿੱਥੇ ਵੀ ਲਾਵੇਂਗਾ। ਅਤੀਤ 'ਚੋਂ ਹਟੇਗਾ ਤਾਂ ਹੀ ਲੱਗੇਗਾ ਨਾ। ਪਹਿਲਾਂ ਅਤੀਤ ਛਡਾਇਆ ਜਾਂਦਾ। ਇਸੇ ਕਾਰਨ ਹੀ ਸਤਿਪੁਰਖ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਅਤੀਤ ਛੱਡ ਕੇ ਆਉਂਦੇ ਸਨ, ਅਤੇ ਉਹਨਾਂ ਨੂੰ ਕਹਿ ਦਿੰਦੇ ਸਨ ਕਿ ਅਤੀਤ 'ਤੇ ਤੁਸੀਂ ਛੱਡ ਆਏ ਹੋ, ਭਵਿੱਖ ਸਮਰਪਿਤ ਕਰ ਦਿਉ। ਅਤੇ ਜਿਹੜਾ ਭਵਿੱਖ ਸਮਰਪਿਤ ਕਰ ਦਿੰਦਾ ਹੈ, ਭਵਿੱਖ ਦਾ ਮਤਲਬ ਹੈ ਮਨ ਸਮਰਪਿਤ ਕਰਨਾ। ਮਨ ਭਵਿੱਖ 'ਚ ਚੱਲਦਾ ਹੈ, ਬਣਦਾ ਹੈ, ਤਿਆਰ ਹੁੰਦਾ ਹੈ। ਸਿਰ ਸਮਰਪਿਤ ਕਰ ਦੇਣਾ। ਅਤੇ ਜਿਹੜੇ ਕਰ ਦਿੰਦੇ ਸਨ ਤਾਂ ਵਰਤਮਾਨ ਦੇ ਵਿੱਚ ਜੀਣ ਲੱਗ ਜਾਂਦੇ ਸਨ ਗੁਰੂ ਦੇ ਨਾਲ 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 ਨਾਲ। ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਸੀ ਪੈਂਦੀ। ਸੂਫੀ ਫਕੀਰਾਂ ਕੋਲ, ਜਹੀਨ ਫਕੀਰਾਂ ਕੋਲ ਸਾਧਕ ਬਸ ਸੇਵਾ ਕਰਦੇ ਕਰਦੇ ਉਹਨਾਂ ਵੱਲ ਦੇਖਦੇ ਦੇਖਦੇ ਹੀ ਧਿਆਨ ਨੂੰ ਉਪਲਬਧ ਹੋ ਜਾਂਦੇ ਸਨ।
ਵੀ ਉਹ ਸਹਿਜ ਜੀ ਰਹੇ ਹਨ। ਕੋਈ ਅਗਲੀ ਚਿੰਤਾ ਨਹੀਂ, ਕੋਈ ਪਿਛਲੀ ਚਿੰਤਾ ਨਹੀਂ, ਕੋਈ ਮਰੇ ਦੀ ਚਿੰਤਾ ਨਹੀਂ, ਕੋਈ ਜੰਮੇ ਦੀ ਖੁਸ਼ੀ ਨਹੀਂ, ਬਸ ਨਿਸ਼ਚਿੰਤ ਹਨ, ਇੱਕ ਰਸ ਜੀ ਰਹੇ ਹਨ। ਉਹਨਾਂ ਨੂੰ ਦੇਖ ਦੇਖ ਕੇ ਹੀ ਇੱਕ ਰਕਸ ਹੁੰਦੇ ਰਹਿੰਦੇ ਸਨ, ਗੁਰੂਆਂ ਨੂੰ, ਪੀਰਾਂ, ਪੈਗੰਬਰਾਂ ਨੂੰ, ਸਾਧਕ ਜਿਹੜੇ ਸਨ। ਪਰ ਅਤੀਤ ਪਹਿਲਾਂ ਤਾਂ ਛੱਡਣਾ ਬਹੁਤ ਕਠਿਨ ਹੈ। ਆਦਮੀ ਵਾਸਤੇ ਸੁਖਾਲਾ ਸੀ ਪੁਰਾਤਨ ਸਮੇਂ ਦੇ ਵਿੱਚ। ਆਦਮੀ ਛੱਡ ਸਕਦਾ ਹੈ, ਮਨੁੱਖ ਛੱਡ ਸਕਦਾ ਹੈ, ਪਰ ਭਵਿੱਖ ਨੂੰ ਛੱਡਣਾ ਮਨੁੱਖ ਵਾਸਤੇ ਵੀ ਔਖਾ ਹੈ। ਇਸ ਕਰਕੇ ਉਹ ਕੰਮ ਕਰੋੜਾਂ 'ਚ ਕੋਈ ਕਰ ਸਕਦਾ ਹੈ। ਦੇਖੋ ਤੁਸੀਂ, ਅਤੀਤ ਨੂੰ ਛੱਡ ਕੇ ਬਹੁਤ ਚਲੇ ਗਏ, ਬਹੁਤ ਸੰਨਿਆਸੀ ਹੋਏ ਹਨ, ਘਰ ਪਰਿਵਾਰ ਛੱਡ ਕੇ ਚਲੇ ਗਏ। ਪਰ ਭਵਿੱਖ ਨੂੰ ਤਾਂ ਬਹੁਤ ਘੱਟ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਸਮਰਪਿਤ ਕੀਤਾ ਹੈ ਗੁਰੂਆਂ ਕੋਲ, ਪੀਰਾਂ ਕੋਲ, ਫਕੀਰਾਂ ਕੋਲ। ਬਹੁਤ ਕਠਿਨ ਹੈ ਸਮਰਪਿਤ ਕਰਨ, ਜੀਂਦੇ ਜੀ ਮਰਨਾ ਹੈ। ਜਿਵੇਂ ਇਵੇਂ ਸਮਝ ਲਵੋ ਤੁਸੀਂ, ਮੈਂ ਤਾਜ਼ੇ ਇਗਜ਼ਾਮਪਲ ਦੇ ਦਿੰਦਾ ਹਾਂ ਵੀ ਜਗਮੋਹਨ ਸਿੰਘ ਜੀ ਰਿਕਾਰਡਿੰਗਾਂ ਸੁਣ ਸੁਣ ਕੇ ਇਹਨਾਂ ਨੂੰ ਵੈਰਾਗ ਹੋਇਆ ਅਤੇ ਉੱਧਰੋਂ ਵਿਦੇਸ਼ ਦੇ ਵਿੱਚੋਂ ਇਸ ਦੇਸ਼ ਆ ਗਏ। ਸਾਰੇ ਪਰਿਵਾਰ ਨੂੰ ਛੱਡਿਆ, ਬਲਕਿ ਬਹੁਤ ਵਿਰੋਧ ਵੀ ਹੋਇਆ। ਉਹ ਆਉਣ ਨਹੀਂ ਸੀ ਦੇਣਾ ਚਾਹੁੰਦੇ ਅਤੇ ਵਿਰੋਧ ਕਰਕੇ ਆਏ। ਬੜੀ ਹਿੰਮਤ ਕੀਤੀ ਅਮਰੀਕਾ 'ਚੋਂ ਹਿੰਦੁਸਤਾਨ ਆਉਣ ਵਾਸਤੇ, ਸਾਹਸ ਕੀਤਾ, ਦਿਲ 'ਤੇ ਪੱਥਰ ਰੱਖਿਆ, ਸਾਰੇ ਪਰਿਵਾਰ ਨੂੰ ਛੱਡ ਕੇ ਇੱਧਰ ਆ ਗਏ। ਇੱਧਰ ਆਣ ਕੇ ਆਪਣੇ ਭਵਿੱਖ ਨੂੰ ਸਮਰਪਿਤ ਨਹੀਂ ਕਰ ਸਕੇ। ਭਵਿੱਖ ਸਮਰਪਿਤ ਹੋ ਜਾਂਦਾ ਤੇ ਮਨ ਸਮਰਪਿਤ ਹੋ ਜਾਣਾ ਸੀ। ਫਿਰ ਜਿਹੜਾ ਧਿਆਨ ਕਰਨ ਵਾਲਾ ਹੈ, ਕਰ ਰਿਹਾ ਸਮੇਂ ਬਹੁਤ ਸਮੇਂ ਤੋਂ, ਉਹ ਭਵਿੱਖ ਸਮਰਪਿਤ ਵੀ ਨਹੀਂ ਕਰ ਸਕਦਾ, ਉਹਨੂੰ ਬੜਾ ਕਠਿਨ ਹੋ ਜਾਂਦਾ ਹੈ। ਹੁਣ ਮੇਰੇ ਕੋਲ ਰਹਿਣ ਵਾਲੇ ਜਿਹੜੇ ਆ, ਮੈਂ ਉਹਨਾਂ ਨੂੰ ਕੁਛ ਵੀ ਨਹੀਂ ਕਰਵਾਉਂਦਾ। ਕੋਈ ਧਿਆਨ ਨਹੀਂ, ਕੋਈ ਜਪ ਨਹੀਂ, ਕੋਈ ਤਪ ਨਹੀਂ। ਮੈਂ ਕਹਿੰਦਾ ਧਿਆਨ ਪੂਰਵਕ ਸੇਵਾ ਕਰੀ ਜਾਓ, ਪਰ ਦੇਖਦੇ ਰਹੋ। ਅਤੇ ਹੌਲੀ 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 ਅਗਰ ਤੁਸੀਂ ਦੇਖਦੇ ਰਹੇ, ਧਿਆਨਪੂਰਵਕ ਸੇਵਾ ਕਰਦੇ ਰਹੇ, ਤੁਸੀਂ ਮਿਟਦੇ ਰਹੋਗੇ। ਅਤੇ ਜਿਹੜਾ ਭਵਿੱਖ ਦੀ ਸੋਚਣ ਲੱਗ ਜਾਂਦਾ ਹੈ, ਉਹਦਾ ਫਿਰ ਮਨ ਚੱਲ ਪਿਆ। ਇਹ ਮੇਰੇ ਕੋਲ ਰਹਿੰਦਿਆਂ ਹੋਇਆਂ ਵੀ, ਇੱਥੇ ਜਦੋਂ ਠਹਿਰੇ ਹੋਏ ਸਨ, ਅਤੇ ਮੈਂ ਇੱਕ ਸਧਾਰਨ ਜਿਹੇ ਕੱਚੇ ਮਕਾਨ ਦੇ ਵਿੱਚ ਠਹਿਰਿਆ ਹੋਇਆ, ਅਤੇ ਇੱਥੇ ਟੋਇਲਟ ਬਾਥਰੂਮ ਨੂੰ ਵੀ ਦਰਵਾਜ਼ਾ ਨਹੀਂ ਹੈ, ਪਰਦੇ ਲਾਏ ਹੋਏ ਆ। ਅਤੇ ਇਹਨਾਂ ਨੂੰ ਦੇਖ ਕੇ ਵੀ ਥੋੜ੍ਹਾ ਜਿਹਾ ਲੱਗਾ ਵੀ ਕੋਈ ਸੁੱਖ ਸੁਵਿਧਾ ਦੇ ਵਧੀਆ ਰਹਿਣ ਵਾਸਤੇ ਕਮਰੇ ਚਾਹੀਦੇ ਹਨ, ਜਗ੍ਹਾ ਚਾਹੀਦੀ। ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਜਗ੍ਹਾ ਲੈ ਲੈਂਦੇ ਹਾਂ ਅਤੇ ਇੱਥੇ ਬਹੁਤ ਵਧੀਆ ਮਕਾਨ ਬਣਾ ਲੈਂਦੇ ਰਹਿਣ ਵਾਸਤੇ। AP ਸਿੰਘ ਨੇ ਵੀ ਇਹੋ ਕਿਹਾ ਸੀ ਮੈਨੂੰ, ਇੱਥੇ ਆਇਆ ਹੋਇਆ, ਅਤੇ ਇੱਥੇ ਮਕਾਨ ਬਣਾ ਲੈਂਦੇ ਆਪਣਾ। ਮੈਂ ਕਿਹਾ ਨਹੀਂ, ਵੀ ਤੁਸੀਂ ਇੱਕ ਵਿਚਾਰਧਾਰਾ ਦੇ ਵਿੱਚ ਉਲਝ ਜਾਓਗੇ। ਇੱਥੇ ਜ਼ਮੀਨ ਲਓਗੇ, ਪਹਿਲਾਂ ਜ਼ਮੀਨ ਲੈਣੀ ਬਹੁਤ ਕਠਿਨ ਹੈ, ਬੜੀ ਕਾਗਜ਼ੀ ਕਾਰਵਾਈ ਕਰਨੀ ਪਊਗੀ ਹਿਮਾਚਲ ਦੇ ਵਿੱਚ, ਬੜੇ ਧੱਕੇ ਖਾਣੇ ਪੈਣਗੇ ਦਫ਼ਤਰਾਂ ਦੇ, ਤੁਹਾਡੀ ਵਿਚਾਰਧਾਰਾ ਚੱਲੂਗੀ। ਅਤੇ ਮੈਂ ਨਹੀਂ ਚਾਹੁੰਦਾ ਹਾਂ ਤੁਹਾਡੀ ਵਿਚਾਰਧਾਰਾ ਚੱਲੇ, ਅਤੇ ਤੁਸੀਂ ਰਹਿਣ ਦਿਓ।
ਵੀ ਮੈਂ ਆਪਣੀ ਸੁੱਖ ਸੁਵਿਧਾ ਵਾਸਤੇ ਤੁਹਾਡਾ ਉਪਯੋਗ ਕਰਾਂ, ਨਾਲੇ ਮੈਂ ਸੁੱਖ ਸੁਵਿਧਾ ਦਾ ਆਦੀ ਵੀ ਨਹੀਂ ਹਾਂ ਇੰਨਾ। ਜੈਸਾ ਵੀ ਰਿਹਾਇਸ਼ ਮਿਲੇ ਵੈਸਾ ਹੀ ਉਪਯੋਗ ਕਰ ਲਈਦਾ। ਤੇ ਫਿਰ ਮੈਂ ਆਪਣੀ ਸੁੱਖ ਸੁਵਿਧਾ ਵਾਸਤੇ ਦੂਸਰੇ ਦਾ ਉਪਯੋਗ ਕਰਾਂ, ਦੂਸਰੇ ਨੂੰ ਵਰਤਾਂ, ਇਹ ਤੇ ਪਾਪ ਹੈ ਨਾ। ਤੁਹਾਡਾ ਮਨ ਚੱਲੇਗਾ ਤੇ ਮੈਂ ਨਾ ਕਰ ਦਿੱਤੀ। ਨਾ ਇਸੇ ਕਰਕੇ ਕੀਤੀ ਵੀ ਤੁਸੀਂ ਭਵਿੱਖ ਦੀ ਯੋਜਨਾ ਬਣਾ ਰਹੇ ਹੋ, ਭਵਿੱਖ 'ਚ ਇੱਥੇ ਰਵਾਂਗੇ, ਤੁਸੀਂ ਸੋਚ ਰਹੇ ਹੋ ਇੱਦਾਂ ਇੱਦਾਂ ਰਵਾਂਗੇ, ਤਾਂ ਮਨ ਪਹਿਲਾਂ ਹੀ ਬਹੁਤ ਕੁਛ ਸੋਚਦਾ ਹੈ, ਬਣਾਉਣੇ ਸ਼ੁਰੂ ਕਰ ਦਿੰਦਾ ਹੈ। ਵਿਚਾਰਧਾਰਾ ਚੱਲ ਪੈਂਦੀ। ਅਤੇ ਜਦੋਂ ਮੇਰੇ ਕੋਲ ਕੋਈ ਹੁੰਦਾ ਹੈ ਤਾਂ ਉਦੋਂ ਉਹਨੂੰ ਰੋਕਿਆ ਜਾ ਸਕਦਾ ਹੈ ਵੀ ਜ਼ਿਆਦਾ ਭਵਿੱਖ 'ਚ ਨਾ ਜਾ, ਭਵਿੱਖ ਹੈ ਨਹੀਂ, ਕੋਲ ਕੋਲ ਰਹਿ ਆਪਣੇ। ਪਰ ਹੁਣ ਮੇਰੇ ਕੋਲੋਂ ਜਗਮੋਹਨ ਸਿੰਘ ਲੁਧਿਆਣੇ ਚਲੇ ਗਏ ਹਨ ਅਤੇ ਉੱਥੇ ਹੁਣ ਭਵਿੱਖ ਦੀਆਂ ਯੋਜਨਾਵਾਂ ਬਣਾ ਰਹੇ ਹੋਣੇ। ਹੁਣ ਉਹਨਾਂ ਦਾ ਉੱਥੇ ਮਨ ਲੱਗ ਗਿਆ ਹੈ, ਕਹਿ ਰਹੇ ਸਨ ਅੱਜ, ਭਾਵ ਕਿ ਮਨ ਦੇ ਅਨੁਕੂਲ ਉੱਥੇ ਉਹ ਚੱਲਣਾ ਚਾਹੁੰਦੇ ਹਨ, ਰਹਿਣਾ ਚਾਹੁੰਦੇ ਹਨ, ਜੋ ਵੀ ਜਿਸ ਤਰ੍ਹਾਂ ਮਨ ਨੂੰ ਚੰਗਾ ਲੱਗਦਾ। ਹੁਣ ਇੱਥੇ ਮਨ ਦੇ ਅਨੁਕੂਲ ਨਹੀਂ ਰਹਿ ਸਕਦੇ। ਹੁਣ ਜਿਹੜਾ ਸਾਰੀ ਉਮਰ ਮਨ ਦੇ ਅਨੁਕੂਲ ਰਿਹਾ ਹੈ, ਤੁਹਾਨੂੰ ਤਾਂ ਬੜਾ ਕਠਿਨ ਹੈ ਨਾ। ਅਤੇ ਉੱਥੇ ਮਨ ਦੇ ਅਨੁਕੂਲ ਮਾਹੌਲ ਅਤੇ ਮਨ ਭਵਿੱਖ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੰਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਕੀ ਬਣੂਗਾ, ਕਿੱਥੇ ਰਹੂੰਗਾ, ਕਿਵੇਂ ਰਹੂੰਗਾ। ਬਹੁਤ ਮੈਨੇ ਦੇਖੇ ਹਨ ਸਾਧੂ ਮਹਾਤਮਾ ਵੀ, ਉਹ ਵੀ ਸੋਚਣ ਲੱਗ ਜਾਂਦੇ ਹਨ ਬੁਢੇਪੇ 'ਚ ਕੀ ਬਣੂਗਾ। ਅਤੇ ਇਹ ਤਾਂ ਸਧਾਰਨ ਗ੍ਰਸਥ ਪਰਿਵਾਰ 'ਚੋਂ ਆਏ ਹਨ ਅਤੇ ਇਹ ਵੀ ਸੋਚਣ ਲੱਗ ਗਏ ਹੋਣਗੇ ਉੱਥੇ ਜਾ ਕੇ। ਤਾਂ ਆਏ ਸਨ ਇੱਥੇ ਸਮਰਪਿਤ ਹੋਣ ਵਾਸਤੇ, ਭਵਿੱਖ ਨੂੰ ਸਮਰਪਿਤ ਕਰ ਦਿੰਦੇ ਵੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਤੁਸੀਂ ਰੱਖੋ ਜਿੱਥੇ ਉੱਥੇ ਰਹਿ ਲਾਂਗੇ, ਜੋ ਖਵਾਓਗੇ ਉੱਥੇ ਖਾ ਲਾਂਗੇ, ਜੋ ਦਿਓਗੇ ਉੱਥੇ ਸੌਂ ਜਾਵਾਂਗੇ। ਪਰ ਬਹੁਤ ਕਠਿਨ ਹੈ। ਫਿਰ ਪੜ੍ਹੇ ਲਿਖੇ ਵਾਸਤੇ ਹੋਰ ਜ਼ਿਆਦਾ ਕਠਿਨ ਹੋ ਜਾਂਦਾ ਹੈ। ਤਾਂ ਮਨ ਡਰਦਾ ਹੈ। ਇਸੇ ਕਾਰਨ ਹੀ ਮੈਂ ਕਿਹਾ ਹੈ ਵੀ ਜਿਹੜੇ ਡਰਦੇ ਹਨ, ਭੈਭੀਤ ਹਨ, ਹਿੰਮਤ ਨਹੀਂ ਹੈ, ਸਾਹਸ ਨਹੀਂ, ਬਹੁਤ ਵੱਡਾ ਸਾਹਸ ਚਾਹੀਦਾ ਹੈ। ਮਨ ਨੂੰ ਦੇਣਾ, ਭਵਿੱਖ ਨੂੰ ਦੇਣਾ। ਦੇਖੋ ਜਿਹੜਾ ਭਵਿੱਖ ਹੈ ਨਹੀਂ ਉਹਨੂੰ ਭੇਟ ਕਰ ਦੇਣਾ ਬਹੁਤ ਕਠਿਨ ਹੈ। ਜਿਹੜਾ ਸਮਾਂ ਹੈ ਨਹੀਂ ਅਤੇ ਕਰਨ ਦੀ ਕੁਛ ਵੀ ਲੋੜ ਨਹੀਂ ਹੈ। ਫਿਰ ਖਿਆਲ ਵਿੱਚ ਰੱਖਿਓ, ਸਾਧਨਾ ਕਰਨ ਵਾਲੇ ਨੂੰ ਵੀ ਇਹੋ ਹੀ ਕੰਮ ਕਰਨਾ ਪੈਂਦਾ ਹੈ, ਧਿਆਨ ਕਰਨ ਵਾਲੇ ਨੂੰ ਵੀ, ਯੋਗ ਕਰਨ ਵਾਲੇ ਨੂੰ ਵੀ। ਉਹਨੂੰ ਵੀ ਪਿੱਛੋਂ ਅਤੀਤ ਨੂੰ ਛੱਡਣਾ ਪੈਂਦਾ ਹੈ ਅਤੇ ਭਵਿੱਖ ਨੂੰ ਛੱਡਣਾ ਪੈਂਦਾ ਹੈ। ਅਤੇ ਵਰਤਮਾਨ ਚਾਹਵੇਗਾ ਤਾਂ ਹੀ ਧਿਆਨ ਗਹਿਰਾ ਹੋਵੇਗਾ ਨਾ। ਅਤੇ ਜਿਹੜੇ ਇਸ ਭਗਤੀ ਮਾਰਗ 'ਤੇ ਆਉਂਦੇ ਹਨ ਉਹ ਅਤੀਤ ਨੂੰ ਛੱਡ ਕੇ ਭਵਿੱਖ ਨੂੰ ਸਮਰਪਿਤ ਕਰ ਦਿੰਦੇ ਹਨ।
ਤੇ ਜਿਨ੍ਹਾਂ ਦਾ ਭਵਿੱਖ ਪੂਰਾ ਦਾ ਪੂਰਾ ਸਮਰਪਿਤ ਹੋ ਗਿਆ, ਅਤੀਤ ਛੁੱਟ ਗਿਆ ਪਿੱਛੇ, ਭਵਿੱਖ ਸਮਰਪਿਤ ਕਰ ਦਿੱਤਾ, ਸੋਚਣ ਦੀ ਲੋੜ ਹੀ ਨਹੀਂ ਅੱਗੇ। ਹੁਣ ਉਹੋ ਹੀ ਸੋਚੇ ਜਿਹਨੂੰ ਸਮਰਪਿਤ ਕੀਤਾ ਹੋਇਆ ਹੈ, ਉਹੋ ਹੀ ਜਾਣੇ ਮੇਰਾ ਭਵਿੱਖ। ਤੇ ਉਹਦਾ ਭਵਿੱਖ ਛੁੱਟ ਜਾਂਦਾ ਹੈ ਤੇ ਉਹਨੂੰ ਕਰਨ ਦੀ ਕੁਛ ਨਹੀਂ ਲੋੜ ਪੈਂਦੀ, ਫਿਰ ਉਹ ਵਰਤਮਾਨ 'ਚ ਜੀਣ ਲੱਗ ਜਾਂਦਾ ਹੈ ਸਹਿਜ ਹੀ। ਤੇ ਜਿਹੜਾ ਵਰਤਮਾਨ ਦੇ ਵਿੱਚ ਜੀਣ ਲੱਗ ਗਿਆ, ਉਹ ਫਿਰ ਸਾਸਵਦ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਂਦਾ ਹੈ। ਉਹਦੀ ਫਿਰ ਸਾਸਵਤ ਵੱਲ ਨੂੰ ਯਾਤਰਾ ਸ਼ੁਰੂ ਹੋ ਜਾਂਦੀ। ਉਹ ਗਹਿਰਾਈ 'ਚ, ਸਮੇਂ ਦੀ ਗਹਿਰਾਈ 'ਚ ਉਤਰ ਜਾਂਦਾ ਹੈ। ਫਿਰ ਉਹ ਤਿੰਨਾਂ ਕਾਲਾਂ ਨੂੰ ਹੀ ਛੱਡ ਦਿੰਦਾ। ਵਰਤਮਾਨ 'ਚੋਂ ਹੀ ਉਤਰਿਆ ਜਾ ਸਕਦਾ ਅਤੇ ਡਰਦਾ ਆਦਮੀ ਅਤੀਤ ਨੂੰ ਛੱਡਣ ਤੋਂ ਹੈ ਅਤੇ ਭਵਿੱਖ ਨੂੰ ਛੱਡਣ ਤੋਂ ਉਹ ਤੋਂ ਵੀ ਜ਼ਿਆਦਾ ਡਰ ਹੈ ਵੀ ਆਉਣ ਵਾਲੇ ਸਮੇਂ 'ਚ ਮੇਰਾ ਕੀ। ਉਹ ਸੇਫਟੀ ਚਾਹੁੰਦਾ ਹੈ, ਮਨ ਸੁਰੱਖਿਆ ਚਾਹੁੰਦਾ ਹੈ, ਮਨ ਚਾਹੁੰਦਾ ਹੈ ਕੁਛ ਹੋਣਾ, ਰਹਿਣਾ, ਚੰਗੀ ਤਰ੍ਹਾਂ ਜੀਣਾ। ਉਹ ਸਭ ਕੁਛ ਆਕਾਂਸ਼ਾ ਭਵਿੱਖ ਦੀ, ਭਵਿੱਖ ਸਮਰਪਿਤ ਨਹੀਂ ਹੁੰਦਾ ਹੈ, ਡਰਦਾ ਹੈ। ਇਸ ਕਰਕੇ ਇਹ ਜਿਹੜਾ ਪ੍ਰੇਮ ਦਾ ਮਾਰਗ ਹੈ, ਭਗਤੀ ਦਾ ਮਾਰਗ ਹੈ, ਇਹ 'ਤੇ ਨਹੀਂ ਚੱਲਦਾ ਹੈ। ਇਹ 'ਤੇ ਉਹੀ ਚੱਲਦਾ ਹੈ ਜਿਹੜਾ ਮਰ ਜੀਵੜਾ ਹੈ, ਜਿਹੜਾ ਮਰਨ ਨੂੰ ਤਿਆਰ ਹੋ ਜਾਂਦਾ, ਜਿਹੜਾ ਕਹਿੰਦਾ ਹੈ ਮੈਨੂੰ ਮਿਟਾ ਦਿਓ, ਮੈਂ ਮਰਨ ਨੂੰ ਤਿਆਰ ਹਾਂ ਮਿਟਣ। ਤੇ ਆਪ ਗਵਾਈਏ ਤਾਂ ਸਹੁ ਪਾਈਏ, ਅਵਰ ਕੈਸੀ ਚਤੁਰਾਈ।